ਦੋਸਤੋ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉੱਤੇ। ਕਿਤਾਬ ਵਿਆਖਿਆ ਵਿਸ਼ਲੇਸ਼ਣ, ਲੇਖਕ ਨਰਿੰਦਰ ਸਿੰਘ ਕਪੂਰ, ਲੇਖ ਦਾ ਨਾਮ ਪੁਲਿਸ। ਇੱਕ ਵਾਰੀ ਇੱਕ ਵੱਡੇ ਨੇਤਾ ਦੀ ਘੜੀ ਗਵਾਚ ਗਈ। ਅਸਲੀਅਤ ਤਾਂ ਇਹ ਸੀ ਕਿ ਉਹ ਆਪਣੀ ਘੜੀ ਗੁਸਲਖਾਨੇ ਵਿੱਚ ਭੁੱਲ ਗਏ ਸਨ, ਪਰ ਉਹਨਾਂ ਨੂੰ ਇਹ ਵਿਸ਼ਵਾਸ ਸੀ ਕਿ ਉਹ ਕੋਈ ਗਲਤੀ ਨਹੀਂ ਕਰ ਸਕਦੇ। ਸੋ ਪੁਲਿਸ ਨੂੰ ਇਤਲਾਹ ਦਿੱਤੀ ਗਈ ਕਿ ਘੜੀ ਕਿਸੇ ਚੋਰ ਨੇ ਚੋਰੀ ਕਰ ਲਈ ਹੈ। ਦੂਜੇ ਦਿਨ ਜਦੋਂ ਉਹ ਨੇਤਾ ਸਾਹਿਬ ਗੁਸਲਖਾਨੇ ਗਏ ਤਾਂ ਘੜੀ ਲੱਭ ਪਈ। ਉਹਨਾਂ ਥਾਣੇ ਟੈਲੀਫੋਨ ਕੀਤਾ ਕਿ ਕੋਈ ਕਾਰਵਾਈ ਨਾ ਕਰਿਓ, ਘੜੀ ਲੱਭ ਪਈ ਹੈ। ਥਾਣੇ ਦੇ ਇੰਚਾਰਜ ਨੇ ਕਿਹਾ, ਚੰਗਾ ਹੋਇਆ ਲੱਭ ਪਈ, ਉਂਝ ਅਸੀਂ ਵੀ ਇੱਕ ਬੰਦਾ ਚੋਰੀ ਕਰਨ ਦਾ ਜੁਰਮ ਮਨਾ ਕੇ ਬਿਠਾਇਆ ਹੋਇਆ ਹੈ। ਇੱਕ ਵਾਰੀ ਇੱਕ ਨਵੇਂ ਮੈਜਿਸਟ੍ਰੇਟ ਨੂੰ ਪੁਲਿਸ ਦੀ ਇੱਕ ਮੁਜਰਮ ਵਿਰੁੱਧ ਕਹਾਣੀ ਉੱਤੇ ਸ਼ੱਕ ਹੋ ਗਿਆ। ਪੁਲਿਸ ਦੀਆਂ ਕਾਰਵਾਈਆਂ ਦੀ ਥੋਹ ਪਾਉਣ ਲਈ ਮੈਜਿਸਟ੍ਰੇਟ ਨੇ ਇੱਕ ਵਿਉਂਤ ਸੋਚੀ। ਆਪਣੇ ਘਰ ਦੀ ਅਲਮਾਰੀ ਦੀ ਚਾਬੀ ਆਪ ਹੀ ਜੇਬ ਵਿੱਚ ਪਾ ਕੇ ਉਸਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਚਾਬੀ ਚੋਰੀ ਹੋ ਗਈ ਹੈ। ਪੁਲਿਸ ਨੇ ਫੁਰਤੀ ਵਿਖਾਈ ਅਤੇ ਇੱਕ ਵਿਅਕਤੀ ਨੂੰ ਫੜ ਕੇ ਇਤਨਾ ਕੁੱਟਿਆ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ। ਕੁਝ ਦਿਨਾਂ ਵਿੱਚ ਹੀ ਪੁਲਿਸ ਨੇ ਇਕਬਾਲੀ ਮੁਜਰਮ ਨੂੰ ਚਾਬੀ ਸਮੇਤ ਅਦਾਲਤ ਵਿੱਚ ਪੇਸ਼ ਵੀ ਕਰ ਦਿੱਤਾ। ਜਦੋਂ ਮੈਜਿਸਟ੍ਰੇਟ ਨੇ ਚਾਬੀ ਨੂੰ ਆਪਣੀ ਜੇਬ ਵਿਚਲੀ ਚਾਬੀ ਨਾਲ ਮਿਲਾਇਆ ਤਾਂ ਉਸ ਨੂੰ ਆਪ ਵੀ ਸਮਝ ਨਾ ਆਵੇ ਕਿ ਅਸਲੀ ਕਿਹੜੀ ਹੈ ਤੇ ਨਕਲੀ ਕਿਹੜੀ ਹੈ। ਇੱਕ ਦੁਕਾਨਦਾਰ ਦੀ ਦੁਕਾਨ ਵਿੱਚ ਰਾਤ ਨੂੰ ਸਾਬਣ ਚੋਰੀ ਹੋ ਜਾਂਦਾ ਸੀ। ਦੁਕਾਨ ਨੂੰ ਬੰਦ ਕਰਨ ਲਈ ਵਰਤੇ ਜਾਂਦੇ ਫੱਟੇ ਕੁਝ ਢਿੱਲੇ ਸਨ। ਚੋਰ ਦਾ ਪਤਾ ਲਾਉਣ ਵਾਸਤੇ ਦੁਕਾਨਦਾਰ ਆਪਣੇ ਭਰਾ ਨਾਲ ਇੱਕ ਰਾਤ ਦੁਕਾਨ ਅੰਦਰ ਹੀ ਸੁੱਤਾ। ਰਾਤ ਨੂੰ ਜਦੋਂ ਸਾਬਣ ਚੁੱਕਣ ਲਈ ਹੱਥ ਅੰਦਰ ਆਇਆ ਤਾਂ ਦੋਵੇਂ ਭਰਾਵਾਂ ਨੇ ਰਲ ਕੇ ਹੱਥ ਨੂੰ ਅੰਦਰੋਂ ਫੜ ਲਿਆ। ਬਾਹਰਲੇ ਵਿਅਕਤੀ ਨੇ ਕਿਹਾ, ਓਏ ਮੇਰਾ ਹੱਥ ਛੱਡ ਦਿਓ, ਮੈਂ ਚੋਰ ਨਹੀਂ, ਮੈਂ ਤਾਂ ਪੁਲਿਸ ਦਾ ਆਦਮੀ ਹਾਂ। ਸੋ ਪੁਲਿਸ ਸੰਬੰਧੀ ਇਹੋ ਜਿਹੀਆਂ ਕਹਾਣੀਆਂ ਹੁਣ ਆਮ ਗੱਲਾਂ ਹਨ। ਕਿਸੇ ਸਮਾਜ ਦੀ ਪੱਧਰ ਜਾਣਨੀ ਹੋਵੇ ਤਾਂ ਵੇਖੋ ਕਿ ਉਸ ਸਮਾਜ ਵਿਚਲੇ ਥਾਣਿਆਂ, ਅਦਾਲਤਾਂ, ਹਸਪਤਾਲਾਂ, ਬੱਸ ਅੱਡਿਆਂ, ਦਫ਼ਤਰਾਂ ਆਦਿ ਵਿੱਚ ਆਮ ਸਧਾਰਨ ਵਿਅਕਤੀ ਨਾਲ ਕੀ ਵਿਹਾਰ ਕੀਤਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਕਿ ਆਮ ਲੋਕਾਂ ਦੇ ਦਿਲਾਂ ਵਿੱਚ ਪੁਲਿਸ ਸੰਬੰਧੀ ਅਨੇਕਾਂ ਸ਼ੰਕੇ ਉਤਪੰਨ ਹੋ ਗਏ ਹਨ। ਆਮ ਵਿਅਕਤੀ ਹੁਣ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ। ਹੁਣ ਇਹ ਸੋਚਿਆ ਜਾਂਦਾ ਹੈ ਕਿ ਬਹੁਤੇ ਜੁਰਮ ਪੁਲਿਸ ਦੇ ਬੰਦੇ ਹੀ ਕਰਵਾਉਂਦੇ ਹਨ। ਇਹ ਇੱਕ ਬੜੀ ਚਿੰਤਾਜਨਕ ਸਥਿਤੀ ਹੈ, ਕਿਉਂਕਿ ਮਨੋਵਿਗਿਆਨਕ ਪੱਖ ਤੋਂ ਅਜਿਹੀ ਸਥਿਤੀ ਦੇ ਪ੍ਰਭਾਵ ਬੜੀ ਦੇਰ ਤੱਕ ਮਾਰੂ ਅਸਰ ਪਾਉਂਦੇ ਰਹਿੰਦੇ ਹਨ। ਉਪਰੋਕਤ ਸਥਿਤੀ ਨਾਲ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਜਾਗਦੀ ਹੈ ਅਤੇ ਉਹਨਾਂ ਦੇ ਆਪਸੀ ਵਰਤਾਰੇ ਵਿਚਲਾ ਸੰਤੁਲਨ ਜਾਂਦਾ ਰਹਿੰਦਾ ਹੈ। ਜਦੋਂ ਪੁਲਿਸ ਦੀ ਯੋਗਤਾ ਸ਼ੰਕੇ ਵਿੱਚ ਹੋਵੇ ਤਾਂ ਸਥਾਨਕ ਸਮਾਜ ਵਿਰੋਧੀ ਤਬਕਾ ਸਮਾਜ ਵਿਰੋਧੀ ਕਾਰਵਾਈਆਂ ਵਿੱਚ ਵਧੇਰੇ ਤਤਪਰ ਹੋ ਜਾਂਦਾ ਹੈ। ਲਗਾਤਾਰ ਡਿਊਟੀ, ਲੋਕਾਂ ਦੀਆਂ ਸ਼ੱਕੀ ਨਜ਼ਰਾਂ, ਅਖਬਾਰ ਵਿੱਚ ਪੁਲਿਸ ਦੀ ਆਲੋਚਨਾ ਆਦਿ ਨਾਲ ਪੁਲਿਸ ਦੀ ਯੋਗਤਾ ਉੱਤੇ ਵੀ ਭੈੜਾ ਅਸਰ ਪੈਂਦਾ ਹੈ ਅਤੇ ਨਾ ਚਾਹੁੰਦਿਆਂ ਵੀ ਪੁਲਿਸ ਕੁਝ ਅਜਿਹੀਆਂ ਹਰਕਤਾਂ ਕਰਦੀ ਹੈ ਕਿ ਉਸ ਦੀ ਅਯੋਗਤਾ ਠੱਠੇ ਮਖੌਲ ਦਾ ਵਿਸ਼ਾ ਬਣ ਜਾਂਦੀ ਹੈ। ਮਨੋਵਿਗਿਆਨ ਵਿੱਚ ਇੱਕ ਸਿਧਾਂਤ ਹੈ ਜਿਸ ਨੂੰ ਔਸਤ ਦਾ ਸਿਧਾਂਤ ਕਹਿੰਦੇ ਹਨ। ਇਸ ਸਿਧਾਂਤ ਦੇ ਅਰਥ ਇਹ ਹਨ ਕਿ ਕਿਸੇ ਵੀ ਸੰਕਟ ਵਿੱਚ ਕਿਸੇ ਸੰਸਥਾ ਜਾਂ ਵਿਅਕਤੀ ਦੀ ਔਸਤ ਯੋਗਤਾ ਹੀ ਕਾਰਜਸ਼ੀਲ ਹੁੰਦੀ ਹੈ। ਇਸ ਦੀ ਉਦਾਹਰਣ ਇਉਂ ਦਿੱਤੀ ਜਾ ਸਕਦੀ ਹੈ ਕਿ ਵਿਆਹ ਲਈ ਜਦੋਂ 8-10 ਰਿਸ਼ਤੇ ਆ ਜਾਂਦੇ ਹਨ ਤਾਂ ਪਤਾ ਲੱਗ ਜਾਂਦਾ ਹੈ ਕਿ ਔਸਤ ਕਿਸ ਪ੍ਰਕਾਰ ਦੇ ਰਿਸ਼ਤੇ ਆਏ ਹਨ। ਉਸ ਤੋਂ ਮਗਰੋਂ ਭਾਵੇਂ 500 ਰਿਸ਼ਤਾ ਆਵੇ ਪਰ ਔਸਤ ਉਹੀ ਰਹੇਗੀ। ਪਿਛਲੇ ਕੁਝ ਸਮੇਂ ਤੋਂ ਪੁਲਿਸ ਨੇ ਆਪਣੀ ਔਸਤ ਯੋਗਤਾ ਦਾ ਪ੍ਰਮਾਣ ਦਿੱਤਾ ਹੈ। ਜੁਰਮ ਭਾਵੇਂ ਕਿੰਨੇ ਹੀ ਹੋ ਜਾਣ, ਪੁਲਿਸ ਦੀ ਯੋਗਤਾ ਦੀ ਔਸਤ ਉਹੀ ਰਹੇਗੀ। ਉਦਾਹਰਣ ਵਜੋਂ ਮੋਟਰਸਾਈਕਲ ਜਾਂ ਸਕੂਟਰ ਉੱਤੇ 2 ਜਾਂ 3 ਸਵਾਰੀਆਂ ਦੇ ਬੈਠਣ ਦੀ ਪਾਬੰਦੀ ਪਿੱਛੇ ਵੀ ਪੁਲਿਸ ਦੀ ਔਸਤ ਸੋਚ ਹੀ ਕੰਮ ਕਰ ਰਹੀ ਹੈ। ਅਰਥਾਤ ਪੁਲਿਸ ਸਮਝ ਰਹੀ ਹੁੰਦੀ ਹੈ ਕਿ ਵਾਰਦਾਤਾਂ ਕਰਨ ਵਾਲੇ ਅਜੇ ਤੱਕ ਮੋਟਰਸਾਈਕਲ ਉੱਤੇ ਹੀ ਬੈਠੇ ਘੁੰਮ ਰਹੇ ਹਨ। ਇਹ ਉਵੇਂ ਹੀ ਹੈ ਜਿਵੇਂ ਇੱਕ ਨੀਲੀ ਕਮੀਜ਼ ਵਾਲਾ ਵਿਅਕਤੀ ਕਤਲ ਕਰਕੇ ਦੌੜ ਗਿਆ ਅਤੇ ਪੁਲਿਸ ਉਸ ਨੀਲੀ ਕਮੀਜ਼ ਵਾਲੇ ਦੀ ਭਾਲ 2 ਸਾਲ ਕਰਦੀ ਰਹੀ। ਅਜਿਹੀਆਂ ਘਟਨਾਵਾਂ ਪੁਲਿਸ ਜਥੇਬੰਦੀ ਦੀ ਔਸਤ ਸੋਚ, ਵਿਹਾਰ, ਕਾਰਵਾਈ ਅਤੇ ਕਾਰਜਕੁਸ਼ਲਤਾ ਦਾ ਪ੍ਰਮਾਣ ਹਨ। ਪੁਲਿਸ ਕੁਝ ਖਾਸ ਕਿਸਮ ਦੇ ਅਪਰਾਧੀਆਂ ਨੂੰ ਫੜਨ ਵਿੱਚ ਹੀ ਸਫਲ ਹੁੰਦੀ ਹੈ, ਜਦੋਂ ਕਿ ਬਹੁਤੇ ਅਪਰਾਧ ਉਸ ਲਈ ਵੀ ਬੁਝਾਰਤ ਬਣੇ ਰਹਿੰਦੇ ਹਨ। ਪੁਲਿਸ ਦੀ ਮੁਜਰਮਾਂ ਨੂੰ ਫੜਨ ਵਿੱਚ ਅਸਫਲਤਾ ਦੇ ਹੋਰ ਕਾਰਨ ਵੀ ਹਨ। ਪੁਲਿਸ ਜਿੰਨੀ ਕੁ ਆਪ ਸੰਗਠਿਤ ਹੋਏਗੀ ਓਨੇ ਕੁ ਹੀ ਸੰਗਠਿਤ ਮੁਜਰਮ ਟੋਲੇ ਨੂੰ ਫੜ ਸਕੇਗੀ। ਜੇ ਮੁਜਰਮ ਟੋਲਾ ਵਧੇਰੇ ਅਤੇ ਚੰਗੇਰੇ ਸੰਗਠਨ ਦਾ ਮਾਲਕ ਹੈ ਤਾਂ ਪੁਲਿਸ ਆਪਣੇ ਸੰਗਠਨ ਦੀ ਕਮਜ਼ੋਰੀ ਕਾਰਨ ਅਸਫਲ ਹੋਵੇਗੀ। ਮੁਜਰਮ ਟੋਲਾ ਆਮ ਕਰਕੇ ਪੁਲਿਸ ਨਾਲੋਂ ਵਧੇਰੇ ਸੰਗਠਿਤ ਹੀ ਨਹੀਂ ਹੁੰਦਾ, ਸਗੋਂ ਵਧੇਰੇ ਫੁਰਤੀਲਾ ਵੀ ਹੁੰਦਾ ਹੈ। ਇਹ ਟੱਕਰ 2 ਟੋਲਿਆਂ ਦੀ, 2 ਸੰਗਠਨਾਂ ਦੀ, 2 ਸ਼ਕਤੀਆਂ ਦੀ ਅਰਥਾਤ 2 ਵਿਰੋਧੀਆਂ ਦੀ ਹੋ ਨਿਪਟਦੀ ਹੈ। ਇਜ਼ਰਾਈਲ ਘੱਟ ਗਿਣਤੀ ਦੇ ਬਾਵਜੂਦ ਆਪਣੇ ਵਿਕਸਿਤ ਸੰਗਠਨ ਅਤੇ ਫੁਰਤੀ ਕਾਰਨ ਕਈ ਗੁਣਾ ਵੱਡੀਆਂ ਵਿਰੋਧੀ ਮੁਸਲਿਮ ਫੌਜਾਂ ਨੂੰ ਪਛਾੜ ਦਿੰਦਾ ਰਿਹਾ ਹੈ।
ਜੇਕਰ ਪੁਲਿਸ ਮੁਜਰਮ ਨਾਲੋਂ ਵਧੇਰੇ ਤੇਜ਼ੀ ਨਾਲ ਸੋਚ ਸਕਦੀ ਹੋਵੇ ਤਾਂ ਮੁਜਰਮ ਬਚ ਨਿਕਲਣ ਵਿੱਚ ਅਸਫਲ ਹੋਵੇਗਾ। ਉਦਾਹਰਣ ਵਜੋਂ ਜੇ ਅੱਗ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਦੀ ਗਤੀ ਨਾਲੋਂ ਤੇਜ਼ ਫੈਲ ਰਹੀ ਹੋਵੇ ਤਾਂ ਫਾਇਰ ਬ੍ਰਿਗੇਡ ਦੀਆਂ ਹਰਕਤਾਂ ਕੁਚੱਜੀਆਂ ਚਾਲਾਂ ਹੀ ਨਜ਼ਰ ਆਉਣਗੀਆਂ। ਮਨੋਵਿਗਿਆਨਕ ਤੌਰ ਤੇ ਹਰ ਟੱਕਰ ਵਿੱਚ ਤਮਾਸ਼ੇ ਦੇ ਅੰਸ਼ ਹੁੰਦੇ ਹਨ। ਲੋਕਾਂ ਦੀ ਸੋਚ ਜਿੱਤਣ ਵਾਲੀ ਅਰਥਾਤ ਵਧੇਰੇ ਮਜ਼ਬੂਤ ਧਿਰ ਨਾਲ ਜੁੜ ਜਾਂਦੀ ਹੈ। ਜੇ ਪੁਲਿਸ ਲਗਾਤਾਰ ਅਸਫਲ ਹੁੰਦੀ ਰਹੇ ਤਾਂ ਲੋਕਾਂ ਨੂੰ ਮੁਜਰਮਾਂ ਵੱਲੋਂ ਪੁਲਿਸ ਨੂੰ ਵੰਗਾਰਨ ਦੀ ਦਲੇਰੀ ਤੋਂ ਆਨੰਦ ਪ੍ਰਾਪਤ ਹੋਣ ਲੱਗ ਜਾਂਦਾ ਹੈ। ਸਥਿਤੀ ਇੱਕ ਖੇਡ ਵਾਲੀ ਹੋ ਜਾਂਦੀ ਹੈ ਅਤੇ ਲੋਕਾਂ ਲਈ ਮੁਜਰਮ ਦੋਸ਼ੀ ਨਾ ਰਹਿ ਕੇ ਹੀਰੋ ਬਣ ਜਾਂਦੇ ਹਨ, ਕਿਉਂਕਿ ਪੁਲਿਸ ਸੰਬੰਧੀ ਬਹੁਤੇ ਲੋਕਾਂ ਦਾ ਅਨੁਭਵ ਕੌੜਾ ਹੈ। ਇਸੇ ਲਈ ਉਹ ਮਨ ਹੀ ਮਨ ਵਿੱਚ ਪੁਲਿਸ ਨੂੰ ਬਦਨਾਮ ਅਤੇ ਅਸਫਲ ਹੁੰਦੇ ਦੇਖ ਕੇ ਖੁਸ਼ ਹੋਣਗੇ। ਅਜਿਹੀ ਸਥਿਤੀ ਵਿੱਚ ਨਾ ਕੇਵਲ ਪੁਲਿਸ ਤੋਂ ਸਗੋਂ ਸਰਕਾਰ ਪ੍ਰਤੀ ਵੀ ਲੋਕਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈ। ਵੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਨੂੰ ਸਿਖਲਾਈ ਕਿਸ ਪ੍ਰਕਾਰ ਦੀ ਦਿੱਤੀ ਜਾਂਦੀ ਹੈ। ਪੁਲਿਸ ਦੀ ਅਯੋਗਤਾ ਉਸ ਦੀ ਸਿਖਲਾਈ ਤੋਂ ਹੀ ਪਤਾ ਲੱਗ ਜਾਂਦੀ ਹੈ। ਜੁਰਮ ਬੜੇ ਹੀ ਗੁੰਝਲਦਾਰ ਅਤੇ ਮੁਜਰਮ ਬੜੇ ਹੀ ਫੁਰਤੀਲੇ ਹੁੰਦੇ ਜਾ ਰਹੇ ਹਨ, ਪਰ ਪੁਲਿਸ ਦਾ ਤੌਰ ਤਰੀਕਾ ਦਹਾਕਿਆਂ ਪੁਰਾਣਾ ਅਤੇ ਸੋਚਹੀਣ ਹੈ। ਜੁਰਮ ਦਾ ਇਕਬਾਲ ਕਰਾਉਣ ਲਈ ਅਪਰਾਧੀ ਦੀ ਮਾਰਕੁੱਟ ਅਜੋਕੀਆਂ ਬਦਲੀਆਂ ਪਰਿਸਥਿਤੀਆਂ ਵਿੱਚ ਵੀ ਪੁਲਿਸ ਦਾ ਪ੍ਰਚਲਿਤ ਅਤੇ ਮਨਪਸੰਦ ਢੰਗ ਹੈ। ਵੇਖਿਆ ਗਿਆ ਹੈ ਕਿ ਜੇ ਕੋਈ ਪੜ੍ਹਿਆ ਲਿਖਿਆ ਬੰਦਾ ਪੁਲਿਸ ਵਿੱਚ ਭਰਤੀ ਹੋ ਜਾਵੇ ਤਾਂ ਉਹ 3-4 ਸਾਲਾਂ ਵਿੱਚ ਆਪਣੇ ਪੜ੍ਹੇ ਲਿਖੇ ਨੂੰ ਤਿਲਾਂਜਲੀ ਦੇ ਕੇ ਅਨਪੜ੍ਹਾਂ ਵਾਂਗ ਵਿਹਾਰ ਕਰਨ ਲੱਗ ਪੈਂਦਾ ਹੈ। ਇਸ ਦਾ ਇੱਕ ਕਾਰਨ ਇਹ ਹੈ ਕਿ ਪੁਲਿਸ ਵਿਚਲਾ ਭ੍ਰਿਸ਼ਟਾਚਾਰ ਉਸ ਨੂੰ ਇਨਸਾਨ ਰਹਿਣ ਹੀ ਨਹੀਂ ਦਿੰਦਾ। ਕਈ ਮਹਿਕਮੇ ਅਜਿਹੇ ਹਨ ਜਿਵੇਂ ਅਦਾਲਤਾਂ, ਜੇਲ੍ਹਾਂ, ਪੁਲਿਸ, ਵਕੀਲ ਆਦਿ ਜਿਹੜੇ ਜੁਰਮਾਂ ਉੱਤੇ ਆਧਾਰਿਤ ਹਨ। ਇਹਨਾਂ ਮਹਿਕਮਿਆਂ ਦੀ ਅਚੇਤ ਇੱਛਾ ਹੁੰਦੀ ਹੈ ਕਿ ਮੁਜਰਮ ਅਤੇ ਜੁਰਮ ਵਧਣ, ਕਿਉਂਕਿ ਇਹਨਾਂ ਮਹਿਕਮਿਆਂ ਦੀ ਜਾਇਜ਼ ਨਾਜਾਇਜ਼ ਆਮਦਨ ਜੁਰਮਾਂ ਦੇ ਵਧਣ ਨਾਲ ਹੀ ਵੱਧਦੀ ਹੈ, ਕਿਉਂਕਿ ਉਪਰੋਕਤ ਮਹਿਕਮੇ ਜੁਰਮਾਂ ਦੇ ਸਿਰ ਉੱਤੇ ਹੀ ਚੱਲਦੇ ਹਨ। ਇਸ ਲਈ ਇਹਨਾਂ ਮਹਿਕਮਿਆਂ ਦਾ ਮੁਜਰਮਾਂ ਨਾਲ ਸੰਬੰਧ ਸੱਸ ਨੂੰਹ ਵਾਲਾ ਹੁੰਦਾ ਹੈ। ਦੋਹਾਂ ਦਾ ਇੱਕ ਦੂਜੇ ਬਿਨਾਂ ਗੁਜ਼ਾਰਾ ਨਹੀਂ ਚੱਲਦਾ। ਸਾਡੀ ਪੁਲਿਸ ਵਿਅਕਤੀਗਤ ਮੁਜਰਮਾਂ ਨੂੰ ਫੜਨ ਦੀ ਸਮਰੱਥਾ ਤਾਂ ਰੱਖਦੀ ਹੈ, ਪਰ ਸੰਗਠਿਤ ਮੁਜਰਮ ਇਸ ਦੀ ਸਿਰਦਰਦੀ ਦਾ ਕਾਰਨ ਬਣਦੇ ਹਨ। ਸੰਗਠਿਤ ਮੁਜਰਮਾਂ ਨਾਲ ਨਜਿੱਠਦਿਆਂ ਪੁਲਿਸ ਇਸ ਲਈ ਅਸਫਲ ਹੁੰਦੀ ਹੈ ਕਿਉਂਕਿ ਅਜਿਹੇ ਮੁਜਰਮਾਂ ਨਾਲ ਨਜਿੱਠਣ ਦੀ ਇਸ ਨੂੰ ਸਿੱਖਿਆ ਅਤੇ ਸਿਖਲਾਈ ਹੀ ਨਹੀਂ ਦਿੱਤੀ ਗਈ ਹੁੰਦੀ। ਜੇ ਕਿਸੇ ਨੂੰ ਭੁਲੇਖਾ ਹੈ ਤਾਂ ਉਸ ਦੀ ਮਰਜ਼ੀ ਹੈ, ਪਰ ਅਸਲੀਅਤ ਇਹ ਹੈ ਕਿ ਰਾਜਸੀ ਜੁਰਮਾਂ ਤੋਂ ਇਲਾਵਾ ਬਾਕੀ ਜੁਰਮ ਜਿਵੇਂ ਜੇਬ ਕਤਰਨੀ, ਅਫੀਮ ਵੇਚਣੀ, ਮਿਲਾਵਟ ਵਾਲੀ ਸ਼ਰਾਬ ਵੇਚਣੀ, ਸਮਗਲਿੰਗ ਆਦਿ ਪੁਲਿਸ ਦੀ ਨਿਗਰਾਨੀ ਬਿਨਾਂ ਚੱਲ ਹੀ ਨਹੀਂ ਸਕਦੇ। ਪੁਲਿਸ ਦੀ ਉੱਪਰਲੀ ਆਮਦਨ ਦੇ ਸੋਮੇ ਇਹੀ ਹਨ। ਇਸ ਲਈ ਜਿਉਂ-ਜਿਉਂ ਪੁਲਿਸ ਦੀ ਗਿਣਤੀ ਵਧੇਗੀ ਤਿਉਂ-ਤਿਉਂ ਇਹ ਜੁਰਮ ਵਧਣਗੇ। ਆਮ ਲੋਕਾਂ ਨੂੰ ਭੁਲੇਖਾ ਹੈ ਕਿ ਜੁਰਮ ਪੁਲਿਸ ਦੀ ਘਾਟ ਕਾਰਨ ਵੱਧ ਰਹੇ ਹਨ, ਪਰ ਅਸਲੀਅਤ ਇਹ ਹੈ ਕਿ ਅਜੋਕੇ ਬਹੁਤੇ ਜੁਰਮ ਪੁਲਿਸ ਵੱਲੋਂ ਹੀ ਕੀਤੇ ਜਾਂਦੇ ਹਨ ਜਾਂ ਇਹ ਪੁਲਿਸ ਦੀ ਛਤਰ ਛਾਇਆ ਹੇਠ ਹੀ ਵੱਧ ਰਹੇ ਹਨ। ਸਾਡੀ ਰਾਜਨੀਤੀ ਵੀ ਪੁਲਿਸ ਨੂੰ ਆਪਣੇ ਉਦੇਸ਼ਾਂ ਲਈ ਵਰਤਦੀ ਹੈ। ਇਸ ਲਈ ਪੁਲਿਸ ਕੋਲ ਆਪਣੀ ਅਯੋਗਤਾ ਸੰਬੰਧੀ ਕਈ ਬਹਾਨੇ ਹੁੰਦੇ ਹਨ। ਪੁਲਿਸ ਉਹਨਾਂ ਜੁਰਮਾਂ ਦੇ ਮੁਜਰਮਾਂ ਨੂੰ ਹੀ ਫੜਨ ਵਿੱਚ ਅਸਫਲ ਹੁੰਦੀ ਹੈ ਜਿਹੜੇ ਇਸ ਦੀ ਛਤਰ ਛਾਇਆ ਤੋਂ ਬਾਹਰ ਵਾਪਰਦੇ ਹਨ। ਚਿਕਿਤਸਾ ਵਿਗਿਆਨ ਦਾ ਅਖਾਣ ਹੈ, ਇਲਾਜ ਨਾਲੋਂ ਪਰਹੇਜ਼ ਚੰਗਾ ਹੈ। ਇਹ ਪੁਲਿਸ ਤੇ ਵੀ ਲਾਗੂ ਹੋਣਾ ਚਾਹੀਦਾ ਹੈ। ਸਾਡੀ ਪੁਲਿਸ ਜੁਰਮ ਤੋਂ ਪਹਿਲਾਂ ਨਹੀਂ ਮਗਰੋਂ ਹਰਕਤ ਵਿੱਚ ਆਉਂਦੀ ਹੈ, ਕਿਉਂਕਿ ਇਸ ਦਾ ਸੰਗਠਨ ਹੀ ਕੁਝ ਇਸ ਤਰ੍ਹਾਂ ਦਾ ਹੈ। ਜੇ ਸੰਭਵ ਬਣਾਇਆ ਜਾ ਸਕੇ ਤਾਂ ਲੋਕ ਜੁਰਮ ਹੋਣ ਤੋਂ ਪਹਿਲਾਂ ਵੀ ਪੁਲਿਸ ਨੂੰ ਇਤਲਾਹ ਦੇ ਸਕਦੇ ਹਨ, ਪਰ ਆਮ ਲੋਕਾਂ ਨਾਲ ਪੁਲਿਸ ਦਾ ਵਰਤਾਰਾ ਅਜਿਹਾ ਹੈ ਕਿ ਲੋਕ ਪੁਲਿਸ ਦੇ ਨਾਂ ਤੋਂ ਹੀ ਡਰਦੇ ਹਨ। ਇਸ ਸਥਿਤੀ ਦਾ ਮੁਜਰਮ ਨੂੰ ਹੀ ਲਾਭ ਹੁੰਦਾ ਹੈ। ਸਾਡੇ ਸਮਾਜ ਵਿੱਚ ਪੁਲਿਸ ਦਾ ਪ੍ਰਭਾਵ ਕੁਝ ਇਸ ਪ੍ਰਕਾਰ ਦਾ ਹੈ ਕਿ ਕੋਈ ਵਿਅਕਤੀ ਪੁਲਿਸ ਨਾਲ ਗੱਲ ਕਰਨੀ ਪਸੰਦ ਨਹੀਂ ਕਰਦਾ ਅਤੇ ਕਿਸੇ ਪੁਲਿਸ ਕਰਮਚਾਰੀ ਦਾ ਵਰਦੀ ਵਿੱਚ ਘਰ ਆਉਣਾ ਤਾਂ ਕੋਈ ਉੱਕਾ ਹੀ ਪਸੰਦ ਨਹੀਂ ਕਰਦਾ। ਸਾਡੇ ਇਨਸਾਫ ਦੇ ਢਾਂਚੇ ਵਿੱਚ ਵੀ ਕਈ ਨੁਕਸ ਹਨ। ਜੇ ਕਿਸੇ ਨਿਰਦੋਸ਼ ਉੱਤੇ ਕਤਲ ਦਾ ਜੁਰਮ ਥੱਪ ਦਿੱਤਾ ਜਾਵੇ ਤਾਂ ਉਸ ਦੇ ਦੋਸ਼ ਨੂੰ ਸਿੱਧ ਕਰਨ ਲਈ ਤਾਂ ਸਰਕਾਰੀ ਪੈਸਾ ਖਰਚ ਹੁੰਦਾ ਹੈ, ਜਦੋਂ ਕਿ ਕਥਿਤ ਮੁਜਰਮ ਨੂੰ ਆਪਣੀ ਨਿਰਦੋਸ਼ਤਾ ਸਿੱਧ ਕਰਨ ਲਈ ਪੱਲਿਓਂ ਖਰਚ ਕਰਨਾ ਪੈਂਦਾ ਹੈ। ਕਿਸੇ ਵੀ ਮੁਕੱਦਮੇ ਵਿੱਚ ਅਸਲ ਦੋਸ਼ੀ ਦਾ ਕਿਸੇ ਵੀ ਕਾਰਨ ਬਰੀ ਹੋ ਜਾਣਾ ਪੁਲਿਸ ਦੀ ਕਾਰਜਕੁਸ਼ਲਤਾ ਉੱਤੇ ਇੱਕ ਵਿਅੰਗ ਹੁੰਦਾ ਹੈ। ਇਸ ਸਥਿਤੀ ਤੋਂ ਅਸਲ ਦੋਸ਼ੀ ਹੀ ਲਾਭ ਉਠਾਉਂਦੇ ਹਨ, ਕਿਉਂਕਿ ਪੁਲਿਸ, ਅਦਾਲਤੀ ਅਮਲਾ, ਜੇਲ੍ਹ ਦਾ ਅਮਲਾ ਆਦਿ ਹੀ ਉਹਨਾਂ ਨੂੰ ਬਚ ਨਿਕਲਣ ਅਤੇ ਆਪਣੇ ਕੰਮਕਾਜ ਵਿੱਚ ਵਧੇਰੇ ਮਾਹਿਰ ਹੋਣ ਵਾਸਤੇ ਅਨੇਕਾਂ ਦਾਅ ਪੇਚ ਸਿਖਾਉਂਦਾ ਰਹਿੰਦਾ ਹੈ। ਇਵੇਂ ਲੱਗਦਾ ਹੈ ਜਿਵੇਂ ਚੌਕੀਦਾਰ ਅਤੇ ਚੋਰ ਆਪਸ ਵਿੱਚ ਮਿਲੇ ਹੋਏ ਹਨ। ਇੱਥੇ ਮੁਜਰਮਾਂ ਸੰਬੰਧੀ ਆਮ ਲੋਕਾਂ ਦੇ ਦ੍ਰਿਸ਼ਟੀਕੋਣ ਅਤੇ ਪ੍ਰਤੀਕਰਮ ਵੱਲ ਇਸ਼ਾਰਾ ਕਰ ਦੇਣਾ ਵੀ ਜ਼ਰੂਰੀ ਹੈ। ਆਮ ਲੋਕ ਸਮਝਦੇ ਹਨ ਕਿ ਹਰ ਜੁਰਮ ਇੱਕ ਅਸਾਧਾਰਨ ਅਵਸਥਾ ਹੈ, ਪਰ ਅਸਲੀਅਤ ਇਹ ਨਹੀਂ ਹੈ। ਭਾਵੇਂ ਸਮਾਜ ਕਿੰਨਾ ਵੀ ਆਦਰਸ਼ਕ ਕਿਉਂ ਨਾ ਬਣ ਜਾਵੇ, ਉਸ ਵਿੱਚ ਕੁਝ ਬਾਗੀ, ਵਿਰੋਧੀ ਅਤੇ ਅਸੰਤੁਸ਼ਟ ਵਿਅਕਤੀ ਜ਼ਰੂਰ ਹੋਣਗੇ।
ਇਹਨਾਂ ਅਸੰਤੁਸ਼ਟ ਵਿਅਕਤੀਆਂ ਨੂੰ ਉਪਜੀਵਿਕਾ ਸੰਤੁਲਿਤ ਜੀਵਨ ਜਿਉਣ ਅਤੇ ਸਵੈ ਪ੍ਰਗਟਾਵੇ ਲਈ ਸਮਾਜ ਵੱਲੋਂ ਅਵਸਰ ਪ੍ਰਦਾਨ ਨਾ ਕੀਤੇ ਜਾਣ ਕਰਕੇ ਸਮਾਜ ਹੀ ਇਹਨਾਂ ਨੂੰ ਜੁਰਮਾਂ ਲਈ ਮਜਬੂਰ ਕਰਦਾ ਹੈ। ਇਹ ਅਸੰਤੁਸ਼ਟ ਵਿਅਕਤੀ ਜਦੋਂ ਹਥਿਆਰਬੰਦ ਪੁਲਿਸ ਦੇ ਸੰਪਰਕ ਵਿੱਚ ਆਉਂਦੇ ਹਨ ਤਾਂ ਇਹਨਾਂ ਨੂੰ ਨਵੇਂ ਸੰਸਾਰ ਦੀਆਂ ਅਸੀਮ ਸੰਭਾਵਨਾਵਾਂ ਦਾ ਪਤਾ ਲੱਗਦਾ ਹੈ ਅਤੇ ਮੁਜਰਮ ਬਣ ਕੇ ਇਹ ਆਪਣੀ ਮਾਨਤਾ ਦੀ ਭੁੱਖ ਪੂਰੀ ਕਰਦੇ ਹਨ। ਹਰ ਸਮਾਜ ਵਿੱਚ ਸਮਾਜ ਵਿਰੋਧੀ ਤੱਤ ਇੱਕ ਵਿਸ਼ੇਸ਼ ਅਨੁਪਾਤ ਵਿੱਚ ਹੁੰਦੇ ਹਨ, ਜਿਹੜੇ ਸਮਾਜ ਵਿਰੁੱਧ ਸਦਾ ਕਾਰਜਸ਼ੀਲ ਰਹਿੰਦੇ ਹਨ। ਮੁਜਰਮ ਲਈ ਜੁਰਮ ਇੱਕ ਧੰਦਾ ਹੈ, ਉਸ ਦੀ ਆਮਦਨ ਦਾ ਸਾਧਨ ਹੀ ਜੁਰਮ ਹੈ। ਪਰ ਹਰ ਆਰਥਿਕ ਪ੍ਰਬੰਧ ਵਿੱਚ ਜੁਰਮਾਂ ਦੀ ਕਿਸਮ ਵੱਖਰੀ ਹੁੰਦੀ ਹੈ। ਪੂੰਜੀਵਾਦੀ ਸਮਾਜ ਵਿੱਚ ਕਤਲ, ਬਲਾਤਕਾਰ, ਚੋਰੀ, ਸਮਗਲਿੰਗ, ਜੂਆ, ਨਾਜਾਇਜ਼ ਸ਼ਰਾਬ ਜਾਂ ਅਫੀਮ ਜਾਂ ਨਸ਼ੇ ਦੀ ਵਿਕਰੀ ਆਮ ਹੈ, ਕਿਉਂਕਿ ਪੂੰਜੀਵਾਦ ਵਿਸ਼ੇਸ਼ ਪ੍ਰਕਾਰ ਦੇ ਮੁਜਰਮ ਪੈਦਾ ਕਰਦਾ ਹੈ। ਇਸ ਲਈ ਵਿਸ਼ੇਸ਼ ਪ੍ਰਕਾਰ ਦੇ ਜੁਰਮ ਇੱਕ ਵਿਸ਼ੇਸ਼ ਥਾਂ ਉੱਤੇ ਜਨਸੰਖਿਆ ਦੀ ਗਿਣਤੀ ਅਨੁਸਾਰ ਹੁੰਦੇ ਰਹਿਣਗੇ। ਕਈ ਵਾਰੀ ਜਦੋਂ ਕੋਈ ਮੁਜਰਮ ਆਪਣਾ ਸਮਾਜ ਵਿਰੋਧੀ ਧੰਦਾ ਤਿਆਗਣਾ ਵੀ ਚਾਹੇ ਤਾਂ ਪੁਲਿਸ ਹੀ ਉਸ ਦੇ ਰਸਤੇ ਵਿੱਚ ਰੁਕਾਵਟ ਬਣ ਜਾਂਦੀ ਹੈ। ਜਿੱਥੇ ਲੋਕ ਹੋਣਗੇ ਉੱਥੇ ਜੁਰਮ ਵੀ ਹੋਣਗੇ। ਇਸ ਲਈ ਲੋਕਾਂ ਨੂੰ ਜੁਰਮਾਂ ਤੋਂ ਘਬਰਾਹਟ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਜੁਰਮਾਂ ਸੰਬੰਧੀ ਯਥਾਰਥਵਾਦੀ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਆਪਣਾ ਵਿਹਾਰ ਦੋਸ਼ ਮੁਕਤ ਰੱਖਣਾ ਚਾਹੀਦਾ ਹੈ ਅਤੇ ਆਪਣੀ ਜਾਨ ਅਤੇ ਜਾਇਦਾਦ ਦੀ ਸੁਰੱਖਿਆ ਲਈ ਸਰਕਾਰ ਜਾਂ ਪੁਲਿਸ ਉੱਤੇ ਨਿਰਭਰ ਹੋਣ ਦੀ ਥਾਂ ਆਪ ਹੀ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਸੋ ਇਸ ਦੇ ਨਾਲ ਹੀ ਇਹ ਲੇਖ ਵੀ ਖਤਮ ਹੁੰਦਾ ਹੈ। ਫਿਰ ਮਿਲਾਂਗੇ ਅਗਲੇ ਲੇਖ।